एह बाणी जो जियों जाने तिस अंतर रवै हर नामा बाणी गुरु गुर बाणी कहे सेवक जन मानै हर तख गुरु निस्तारै बाणी बिरलो विचारसी जे को गुरमुख होए एह बाणी महापुरख की निज कर वासा होए। मारो सुख सागर सुर तर चिंता मन काम तेन बस जाके रे चार पदार्थ अष्ट महासिद्ध नाम निध कर तल तांक हर 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 ना जपस रसना अवर सब छाड़ बचन रचना रहाओ नाना ज्ञान पुराण वेद विद 34 अक्षर माही व्यास विचार कहो परमार्थ राम नाम सार नाही सहज समाध उपाद रहत होए बड़े भाग लेव लागी कह रविदास उदास दास मत जन्म मरण भय भागी सहज समाध उपाद रहत होए बड़े भाग लेव लागी कह रविदास उदास दास मत जन्म मरण भय भागी वाहिगुरु जी का खालसा वाहिगुरु जी की फतेह। मारू राग दी बाणी दा ये आखिरी शब्द है।
भगत रविदास जी का इस राग दे विच उचारिया होया दूसरा शब्द, इसकी विचार भाई बलजिंदर सिंह जी हैड ग्रंथी साहब गुरुद्वारा मोती बाग साहब आप जी नूं सरवण करवाउणगे। ऐतवार 25 तरीक नूं गुरपुरी वासी पंथ रतन जथेदार बाबा हरबंस सिंह जी की मिठी याद विच इस अस्थान ते गुरमत समागम होणगे। बहुत वड्डियां सेवा हैं बाबा जी दियां दिल्ली दे इतिहासिक गुरुद्वारियां विच। सो बाबा जी नूं अपनी शरधा अपना सत्कार पेटा करिए, बाबा जी दियां सेवावां दा अभिनंदन करिए। इन्हां समागमां दे विच सारे आप जी हाजरियां भरो। वाहिगुरु जी का खालसा, वाहिगुरु जी की फतेह। वाहिगुरु साहिब जी हम सर दीन दयाल ना तुम सर, अब पतियार क्या कीजै। बचनी तोर मोर मन मानै, जन का पूरन दीजै। हाँ बल बल जाऊं रमैया कारने, कारण कवन अबोल। बहुत जन्म बिसरे थे माधो, एह जन्म तुम्हारे लेखे। कह रविदास आस लग जीवा, चिर भयो दर्शन देखे। तेरे कवन कवन गुण कह कह गावा, तू साहिब गुणी निदाना। तुमरी महिमा बरन ना साकों, तू ठाकुर ऊच भगवाना। कहाँ बुद्ध प्रभ तुष हमारी, बरन सकै महिमा जो तुहारी। हम ना सकत कर सिफत तुम्हारी, आप ले हो तुम कथा सुधारी। बाला प्रीतम 8वें पातशाह धन धन सतगुरु
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਸ਼ਬਦ ਗੁਰੂ ਬਾਣੀ ਗੁਰੂ ਤਖਤ ਤੇ ਬਿਰਾਜਮਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ, ਆਪ ਜੀ ਵੱਡੇ ਭਾਗਾਂ ਵਾਲੇ ਹੋ। ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਸਤ ਸੰਗਤ ਕਰਕੇ ਆਪਣੇ ਜੀਵਨ ਨੂੰ ਸਫਲਿਆਂ ਬਣਾ ਰਹੇ ਹੋ। ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਰਾਹੀਂ ਘਰਾਂ ਦੇ ਵਿੱਚ ਗੁਰੂ ਦੇ ਪਾਵਨ ਬਚਨ ਉਪਦੇਸ਼ਾਂ ਦੇ ਨਾਲ ਜੁੜੀਆਂ ਹੋਈਆਂ ਸੰਗਤਾਂ ਵੱਡੇ ਭਾਗਾਂ ਵਾਲੀਆਂ ਹਨ। ਸੋ ਆਓ ਸਭ ਤੋਂ ਪਹਿਲਾਂ ਬੜੇ ਪਿਆਰ ਅਦਬ ਸਤਿਕਾਰ ਸਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਰਵਿਦਾਸ ਜੀ ਦਾ ਪਾਵਨ ਉਪਦੇਸ਼ ਰਾਗ ਮਾਰੂ ਦੇ ਅੰਦਰ ਜੋ ਭਗਤ ਜੀਆਂ ਨੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਗੁਰੂ ਸਵਾਰਿਓ ਆਪਾਂ ਸਾਰਿਆਂ ਨੇ ਇਹ ਪਾਵਨ ਸ਼ਬਦ ਨੂੰ ਆਪਣੇ ਹਿਰਦਿਆਂ ਵਿੱਚ ਵਸਾਉਣ ਦਾ ਯਤਨ ਕਰਨਾ ਹੈ। ਬੜੇ ਹੀ ਪਿਆਰ ਦੇ ਨਾਲ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਇਸ ਪਾਵਨ ਅਸਥਾਨ ਦੇ ਹੈੱਡ ਗ੍ਰੰਥੀ ਸਾਹਿਬ ਜੀਆਂ ਪਾਸੋਂ ਉਹਨਾਂ ਦੀ ਰਸਨਾ ਤੋਂ ਭਗਤ ਰਵਿਦਾਸ ਜੀ ਦਾ ਪਾਵਨ ਵਚਨ ਉਪਦੇਸ਼ ਆਪ ਜੀਆਂ ਨੇ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਜਿਹੜਾ ਹੈ ਭਗਤ ਜੀ ਦਾ, ਇਹ ਸਾਨੂੰ ਇਹ ਸੇਧ ਦਿੰਦਾ ਹੈ ਕਿ ਅਸੀਂ ਇੱਕੋ ਇੱਕ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਭਗਤੀ ਕਰਨੀ ਹੈ, ਨਾ ਕਿ ਜਿਹੜੀਆਂ ਸੰਸਾਰ ਦੇ ਵਿੱਚ ਦੁਨੀਆ ਨੇ ਲੋਕਾਂ ਨੇ ਇਹ ਸ਼ਕਤੀਆਂ ਦੇ ਨਾਮ ਰੱਖ ਦਿੱਤੇ ਕਿ ਇਹ ਵੀ ਸ਼ਕਤੀ ਹੈ ਇਹ ਵੀ ਸ਼ਕਤੀ ਹੈ। ਇਹ ਸ਼ਕਤੀਆਂ ਦੇ ਨਾਲ ਨਹੀਂ ਜੁੜਨਾ। ਜਿਹੜਾ ਸਾਰੀਆਂ ਤਾਕਤਾਂ ਦਾ ਮਾਲਕ ਹੈ, ਜਿਹੜਾ ਸਰਬ ਕਲਾ ਸਮਰੱਥ ਹੈ, ਉਸ ਦੇ ਨਾਲ ਜੁੜਨਾ ਹੈ। ਤੇ ਇਹ ਗੁਰੂ ਸਵਾਰਿਓ ਸਾਨੂੰ ਆਪਣੇ ਆਪ ਆਪਣੀ ਮਨ ਦੀ ਮਤ ਅਨੁਸਾਰ ਚੱਲਿਆ ਨਹੀਂ ਪਤਾ ਲੱਗਣਾ। ਇਸੇ ਕਰਕੇ ਸਾਨੂੰ ਜ਼ਰੂਰਤ ਹੈ ਕਿ ਗੁਰੂ ਦੀ ਮੱਤ ਆ ਜਾਵੇ। ਗੁਰੂ ਦਾ ਪਾਵਨ ਬਚਨ ਉਪਦੇਸ਼ ਜਦੋਂ ਉਸ ਨੂੰ ਪੜ੍ਹਾਂਗੇ, ਵਿਚਾਰਾਂਗੇ, ਸਮਝਾਂਗੇ ਕਿ ਇਹ ਗੁਰੂ ਕੀ ਬਾਣੀ, ਭਗਤ ਸਾਹਿਬਾਨਾਂ ਦੀ ਬਾਣੀ ਸਾਨੂੰ ਕੀ ਉਪਦੇਸ਼ ਕਰਦੀ ਹੈ। ਇੱਕ ਅਕਾਲ ਪੁਰਖ ਪਰਮਾਤਮਾ ਤੋਂ ਇਲਾਵਾ ਹੋਰ ਕਿਸੇ ਦਾ ਵੀ ਚਿੰਤਨ ਨਹੀਂ ਕਰਨਾ। ਇਹ ਭਗਤ ਸਾਹਿਬਾਨਾਂ ਨੇ ਸਾਨੂੰ ਉਪਦੇਸ਼ ਕੀਤਾ ਹੈ, ਕਿਉਂਕਿ ਇੱਕ ਅਕਾਲ ਪੁਰਖ ਪਰਮਾਤਮਾ ਹੀ ਸਾਰੀਆਂ ਤਾਕਤਾਂ ਦਾ ਮਾਲਕ ਹੈ। ਸਾਰੇ ਹੀ ਉਸ ਦੇ ਵੱਸ ਵਿੱਚ ਨੇ, ਉਸ ਤੋਂ ਬਾਹਰ ਕੋਈ ਨਹੀਂ ਹੈ। ਅਨੇਕਾਂ ਹੀ ਬਾਣੀ ਦੇ ਪਾਵਨ ਬਚਨ ਉਪਦੇਸ਼ ਨੇ ਕਿ ਜਿਹੜਾ ਸਭ ਤੋਂ ਵੱਡਾ ਹੈ ਉਹਦੇ ਵਰਗਾ ਦੂਸਰਾ ਹੋਰ ਕੋਈ ਨਹੀਂ। ਤੇ ਫਿਰ ਕਿਉਂ ਨਹੀਂ ਅਸੀਂ, ਜਿਹੜਾ ਸਾਰੀਆਂ ਤਾਕਤਾਂ ਦਾ ਮਾਲਕ ਹੈ, ਸ਼ਕਤੀਆਂ ਦਾ ਮਾਲਕ ਹੈ, ਸਰਬ ਕਲਾ ਸਮਰੱਥ ਹੈ। ਇੱਕ ਬਾਣੀ ਦਾ ਬਚਨ ਹੈ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਉਹਦੇ ਅੱਗੇ ਕਿਉਂ ਨਹੀਂ ਅਸੀਂ ਡੰਡੌਤ ਬੰਦਨਾ ਕਰਦੇ, ਕਿਉਂ ਨਹੀਂ ਨਮਸਕਾਰ ਕਰਦੇ? ਮੁਬਾਰਕ ਹੈ ਜਿਹੜੇ ਕਰਦੇ ਨੇ, ਕਿਉਂਕਿ ਅੱਜ ਬਹੁਤਾਤ ਦੇ ਵਿੱਚ ਫਿਰ ਵੀ ਕਿਤੇ ਨਾ ਕਿਤੇ ਅਸੀਂ ਗੁਰੂ ਕੋਲ ਵੀ ਆਉਂਦੇ ਹਾਂ,
फिर जिवें कोई संसार विच सानूं कोई दस पाउंदा असीं उधर भी भज जाने। दुखी होने का कारण की है उसनूं असीं समझदे नहीं कि असीं दुखी क्यों हाँ, साडा जीवन जिहड़ा है इहदे विच गिरावट क्यों आ रही है, मानसिक तौर ते असीं क्यों दुखी हो रहे हैं। बाणी दे अंदर सतगुरां ने सानूं पावन उपदेश कीते ने। साडा अंदर जिहड़ा है दिल जिहड़ा है वो डरदा है। डरदा किहदा है कि जिहड़ा इस संसार विच आके एक दे नाल नहीं जुड़िया, थां पुर थां तुरिया फिरदा है, वो संसार दे अंदर भटकिया होया, डरदा है, सहमिया होया है। ये बाणी दे बचन ने। धन गुरु नानक पातशाह महाराज जी कहते एक अकाल पुरख परमात्मा वाहिगुरु दा नाम जपण दे नाल, सिमरन करन दे नाल, परमात्मा दे गुणां नूं अपने जीवन दे विच लिआउण दे नाल भाई कदी तुसीं अंदरों डरोगे नहीं। संसार एक दुखां दा समुंदर है। दुखां दा समुंदर उहदे वास्ते है जिहड़ा निरंकार परमात्मा नूं भुला बैठा है, जिहड़ा परमात्मा नूं चेते रखदा है हर समय, वो सुखां दे समुंदर विच रहिंदा है। सुख सागर परमात्मा दा नाम है, सुखां दा समुंदर। ते जिहड़ा उसनूं चेते करदा है वो फिर सदैव सुखी रहिंदा है। असीं दुखी क्यों आ? अपने जीवन दे अंदर असीं अपने अंदर झाती मार के वेख सकदे हां कि असीं किन्ना क गुरु दे बचनां नूं, गुरु दे उपदेशां नूं मनदे हां, किन्ना क असीं गुरु दी मत नूं धारण कीता है, किन्ना क असीं उस अकाल पुरख परमात्मा दा नाम जपिया है। और बाणी दे विच बहुतात दे विच रसना दी गल आउंदी है। रसना, रसना किहनूं कहिंदे? जबान नूं कहिंदे। जबान दा की काम है? नाम जपना, सिमरन करना। हुण ते भी कहिंदे जी नाम जपण दी की लोड़ है। रसना दे बार बार नाम जपण दा सतगुरु जी ने उपदेश कीता है। ते कई जपण दा अर्थ करदे ने समझना। मुबारक है, समझांगे ते जपांगे, पर यह रसना दे नाल जपना पवेगा, सिमरन करना पवेगा। गुरबाणी काहदे नाल पढ़नी है? गुरबाणी गुरु दा बचन उपदेश असीं रसना दे नाल पढ़ना है। महाराज कहते रसना जपीए एक नाम, एक अकाल पुरख वाहिगुरु दा नाम जपना है। जिन्ने भी भगत साहिबाना ने उस अकाल पुरख परमात्मा वाहिगुरु दे नाम नूं जपिया है। किसे दी अखौती, किसे दे कहे दे अनुसार किसी की पूजा नहीं की, सिर्फ ते सिर्फ केवल उस अकाल पुरख परमात्मा दे गुण गाए ने। महाराज बख्शिश करते ने रसना जपिए एक नाम, इहां सुख आनंद घना, आगे जी कै संग काम। इस लोक दे विच इहां, इस लोक दे विच बहुत सुख की प्राप्ति होवेगी। वो किहड़ा सुख? हुण ये भी साडी समझ तो बाहर है। असीं सुख लभदे हां दुनियावी पदार्थां दे विचों कि धन बहुता होवेगा ते शायद असीं सुखी होवांगे। ते इत्थे दे धन वाले भी बहुत दुखी ने, क्योंकि अंदरों परमात्मा वाहिगुरु विसर गया, परमात्मा नूं भुल गए ते धन माया जिहड़े नासवंत पदार्थ ने इन्हां दे नाल जुड़ के जीव दुखी हुंदा है। इन्हां दे विचों सुख नहीं मिलदा। सुख मिलदा है उस नाम धन दे विचों अकाल पुरख परमात्मा वाहिगुरु दी भजन बंदगी कीतियां। इहां सुख आनंद घना, आगे जी कै संग काम। अगे ए जी दे नाल, इस जिद दे नाल वो परमात्मा वाहिगुरु दा नाम जिहड़ा है वो काम आउण वाला है, इस लोक दे विच भी ते परलोक दे विच भी। अज दे पावन बचन उपदेश भगत रविदास जी दे मारू राग दे अंदर दो पावन बचन उपदेश ने। कल एक पावन आप जियां ने उपदेश भगत रविदास जी का सरवण किया सी, ऐसी लाल तुझ बिन कौन करे। ज्ञानी जी के पासों आप जियां ने पावन शब्द की विचार सरवण की सी। ये दूसरा शब्द है राग मारू दे अंदर। धन धन सतगुरु श्री गुरु ग्रंथ साहिब जी महाराज दे अंग 1106 ते ये पावन शब्द सुभाएमान है, सुशोभत है। मारू सुख सागर सुर तर चिंता मन, काम तेन बस जाके रे। चार पदार्थ अष्ट महासिद्ध,
ਨਾਵ ਨਿਧ ਕਰ ਤਲ ਤਾਕੈ। ਹਰ 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 ਨਾ ਜਪਸ ਰਸਨਾ। ਅਵਰ ਸਭ ਛਾੜ ਬਚਨ ਰਚਨਾ। ਰਹਾਉ। ਗੁਰੂ ਸਵਾਰਿਓ, ਇਹ ਪਾਵਨ ਬਚਨ ਉਪਦੇਸ਼ ਰਹਾਉ ਦੀਆਂ ਜੋ ਪੰਕਤੀਆਂ ਨੇ, ਹਰ 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 ਨਾ ਜਪਸ ਰਸਨਾ। ਅਵਰ ਸਭ ਛਾੜ ਬਚਨ ਰਚਨਾ ਰਹਾਉ। ਇਹ ਰਹਾਉ ਦੀਆਂ ਪੰਕਤੀਆਂ ਦੇ ਅੰਦਰ ਭਗਤ ਰਵਿਦਾਸ ਜੀ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਨ ਦਾ ਉਪਦੇਸ਼ ਕਰਦੇ ਨੇ। ਭਾਈ, ਤੂੰ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਤੂੰ ਉਸ ਮਾਲਕ ਨੂੰ ਕਿਉਂ ਨਹੀਂ ਜਪਦਾ? ਹੋਰ ਸਭ ਫੋਕੀਆਂ ਗੱਲਾਂ ਛੱਡ, ਆਪਣੀ ਜੀਭ ਨਾਲ ਸਦਾ ਇੱਕ ਪਰਮਾਤਮਾ ਦਾ ਨਾਮ ਜਪ। ਉਸ ਪਰਮਾਤਮਾ ਦੇ ਨਾਮ ਨੂੰ ਤੂੰ ਕਿਉਂ ਨਹੀਂ ਜਪਦਾ? ਸਿਮਰਨ ਕਿਉਂ ਨਹੀਂ ਕਰਦਾ? ਭਗਤ ਰਵਿਦਾਸ ਜੀ ਦਾ ਇਹ ਸ਼ਬਦ ਜਿਹੜਾ ਹੈ, ਥੋੜ੍ਹੇ ਜਿਹੇ ਫਰਕ ਦੇ ਨਾਲ ਸੋਰਠ ਰਾਗ ਦੇ ਵਿੱਚ ਵੀ ਭਗਤ ਰਵਿਦਾਸ ਜੀ ਨੇ ਇਹ ਇੰਨ ਬਿੰਨ ਥੋੜ੍ਹਾ ਜਿਹਾ ਫਰਕ ਉੱਥੇ ਵੀ ਸ਼ਬਦ ਉਚਾਰਨ ਕੀਤਾ ਹੈ। ਇਸ ਦਾ ਭਾਵ ਇਹ ਹੈ ਕਿ ਸ਼ਬਦ ਦੋਹਾਂ ਰਾਗਾਂ ਵਿੱਚ ਗਾਵਿਆ ਜਾਣਾ ਚਾਹੀਦਾ ਹੈ, ਸੋਠ ਰਾਗ ਦੇ ਅੰਦਰ ਤੇ ਇਹ ਮਾਰੂ ਰਾਗ ਦੇ ਅੰਦਰ। ਸੋ ਭਗਤ ਰਵਿਦਾਸ ਜੀ ਸਾਨੂੰ ਉਪਦੇਸ਼ ਕਰਦੇ ਨੇ, ਭਾਈ ਉਸ ਮਾਲਕ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰ, ਜਿਹੜਾ ਸਾਰੀਆਂ ਸ਼ਕਤੀਆਂ ਤਾਕਤਾਂ ਦਾ ਮਾਲਕ ਹੈ। ਸੰਸਾਰ ਦੇ ਵਿੱਚ ਇਹ ਸ਼ਕਤੀਆਂ ਮੰਨੀਆਂ ਗਈਆਂ ਨੇ, ਸੁਖ ਸਾਗਰ ਸੁਰ ਤਰ ਚਿੰਤਾ ਮਨ, ਕਾਮ ਧੇਨ ਬਸ ਜਾ ਕੇ ਰੇ। ਸੁਰ ਤਰ ਤੋਂ ਭਾਵ ਹੈ ਸਵਰਗ ਦੇ 5 ਰੁੱਖ, ਜਿਨ੍ਹਾਂ ਦੇ ਵਿੱਚੋਂ ਪਾਰਜਾਤ ਵੀ ਇੱਕ ਰੁੱਖ ਹੈ। ਪਾਰਜਾਤ ਆਦਿਕ ਇਹ ਮਨੌਤ ਹੈ ਤੇ ਇਸ ਵਾਸਤੇ ਲੋਕ ਉਹਨਾਂ ਦੀ ਪੂਜਾ ਕਰਦੇ ਨੇ। ਪਾਰਜਾਤ ਦਾ ਬਚਨ ਜਿਹੜਾ ਹੈ ਗੁਰਬਾਣੀ ਦੇ ਅੰਦਰ ਬੜੀ ਵਾਰ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦੇ ਕੇ ਸਮਝਾਇਆ ਕਿ ਭਾਈ ਪਾਰਜਾਤ ਜਿਹੜਾ ਹੈ ਨਾ, ਪਰਮਾਤਮਾ ਦਾ ਨਾਮ ਹੀ ਹੈ। ਕਾਮ ਧੇਨ ਜੋ ਗਊ ਹੈ, ਜੋ ਸਵਰਗ ਦੇ ਵਿੱਚ ਮੰਨੀ ਗਈ ਹੈ, ਮਹਾਰਾਜ ਕਹਿੰਦੇ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਹੀ ਸਭ ਕੁਝ ਹੈ। ਜੇ ਇਹ ਸੰਸਾਰ ਦੇ ਵਿੱਚ ਉਸ ਸ਼ਕਤੀ ਨੂੰ ਕਾਮ ਧੇਨ ਗਊ ਦੀ ਪੂਜਾ ਕਰ ਰਹੇ ਹੋ, ਭਾਈ ਜਿਹੜਾ ਪਰਮਾਤਮਾ ਸਾਰੀਆਂ ਤਾਕਤਾਂ ਦਾ ਮਾਲਕ ਹੈ, ਸਰਬ ਕਲਾ ਸਮਰੱਥ ਹੈ, ਜਿਹੜਾ ਸਾਰੀਆਂ ਸਾਡੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ, ਸਾਰੇ ਸੁੱਖ ਦੇਣ ਵਾਲਾ ਹੈ, ਜਿਹਦੇ ਵਸ ਦੇ ਵਿੱਚ ਉਹ ਕਾਮ ਧੇਨ ਗਊ ਵੀ ਹੈ, ਫਿਰ ਐਸੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਿਉਂ ਨਾ ਕੀਤਾ ਜਾਵੇ? ਪਾਤਸ਼ਾਹ ਜੀ ਬਾਣੀ ਅੰਦਰ ਬਚਨ ਕਰਦੇ ਨੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਹੁਣ ਅਸੀਂ ਇਹ ਖਿਆਲ ਕਰਨਾ ਹੈ ਕਿ ਜਿਹੜੀ ਗਊ ਹੈ, ਕਾਮ ਧੇਨ, ਜਿਹੜੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਵਾਲੀ ਹੈ, ਅਸੀਂ ਉਸ ਦੀ ਪੂਜਾ ਕਰਨੀ ਹੈ ਕਿ ਜਿਹੜਾ ਸਾਰੇ ਸੁੱਖ ਦੇਣ ਵਾਲਾ ਹੈ, ਸਾਰੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਸਾਰੇ ਸੁਖ ਦੇਣ ਵਾਲਾ ਦਾਤਾ ਉਹ ਹਰੀ ਪਰਮਾਤਮਾ, ਜਿਹਦੇ ਵਸ ਵਿੱਚ ਕੋਈ ਸ਼ਕਤੀ ਮੰਨੀ ਗਈ ਹੈ ਕਾਮ ਧੇਨ। ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰ। ਜਦੋਂ ਗੁਰਬਾਣੀ ਦੇ ਅੰਦਰ ਗੁਰੂ ਸਵਾਰਿਓ ਪਾਰ ਜਾਤ ਬਾਰੇ ਬਚਨ ਕਰਦੇ ਨੇ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਿ ਐ ਸੰਸਾਰ ਦੇ ਲੋਗੋ ਮਤ ਕਿਤੇ ਭਰਮ ਵਿੱਚ ਭੁਲੇਖੇ ਵਿੱਚ ਰਹਿਣਾ, ਪਰਮਾਤਮਾ ਹਰੀ ਵਾਹਿਗੁਰੂ ਜਿਹੜਾ ਹੈ ਇਹੀ ਪਾਰ ਜਾਤ ਹੈ, ਇਹ ਕਾਮ ਧੇਨ ਹੈ। ਪਾਰ ਜਾਤ ਇਹ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼ ਸਾਨੂੰ ਕਹਿੰਦਾ ਨਾਮ ਜਪਣ ਦੇ ਨਾਲ, ਪਰਮਾਤਮਾ ਵਾਹਿਗੁਰੂ ਦੀ ਭਗਤੀ ਕਰਨ ਦੇ ਨਾਲ ਭਾਈ ਤੈਨੂੰ ਸੁੱਖ ਮਿਲਣਾ ਹੀ। ਸਾਰੇ ਸੁੱਖ ਦੇਣ ਵਾਲਾ ਉਹ ਹੈ ਤੇ ਇਸ ਵਾਸਤੇ
सो ऐसा हर ध्याइयै मेरे जी अड़े। बाणी पढ़िया करो आप, ये बाणी कई बार सरवण करते हो, आप जी दे मुखार बिंद विच याद भी होवेगी। सो ऐसा हर ध्याइयै मेरे जी अड़े, तां सर्ब सुख पावे मेरे मना। गल्ली बाती नहीं, ये मेहनत करनी पवेगी। नाम जपण दी जिहड़ी मेहनत है ना, असीं होर एवें फजूल मेहनत अपना समा बर्बाद करते हैं ते नाम जपीए परमात्मा दा। फिर गुरु साहब जी महाराज सच्चे पातशाह जी ने बचन किया, भाई उठदियां बहिंदियां सुत्तियां हर वेले ही कदे भी उसनूं भुलाउणा नहीं है, चेते विच रखना। क्योंकि मन जिहड़ा साडा ना, मन बड़ा चंचल है, चलाक है। ये मन एकदम काबू विच नहीं आवेगा। मन परदेसी वे प्यारे आओ घरे, मन नूं आवाज़ मारनी है, जांदा है झटपट। संगत दे विच बैठे हुंदे आ, कई बार घर दा ख्याल आ जांदा है, काम कार दा ख्याल आ जांदा है, हुण चले जाइए कि होर 2 मिनट बह जाइए। क्योंकि ये मन जिहड़ा बड़ा चंचल है, बड़ा चलाक है। मन नूं आवाज़ मारनी है ते उस परमात्मा वाहिगुरु दा नाम जपना है। सो ऐसा हर ध्याइयै मेरे जी अड़े। जो पहली पंक्ति दे अंदर महाराज कहते, इच्छा पूरक सर्ब सुख दाता हर, जाके वस है काम तेना। वो गल्ली बाती नहीं। हुण आपां एक शब्द पढ़ते हैं बाणी दा, लख खुशियां पातशाहियां जे सतगुर नदर करे। लखां खुशियां ते बादशाहियां तां प्राप्त होणियां जे सतगुर दी नदर है, ते पढ़न दे नाल नहीं। जे सतगुर दी नदर है, जे सतगुर दी असीं नदर दे विच प्रवान हो गए हाँ, ते लखां ही खुशियां ते लखां ही बादशाहियां जिहड़ियां ने वो प्राप्त हो जाणगियां। इसे तरह ये पावन बचन है, सो ऐसा हर ध्याइयै मेरे जी अड़े, तां सर्ब सुख पावै मेरे मना। तां तैनूं सारे सुख मिलणगे। फिर इस वास्ते की करना, जप मन सतनाम सदा सतनाम, हलत पलत मुख उजल होई है, नित ध्याइयै हर पुरख निरंजना। जप मन सतनाम, सदा कायम रहने वाला परमात्मा वाहिगुरु दे नाम नूं जपना कर, जिहड़ा नास रहत है। उस दा नाम जप किन्ना चिर, सदा ही, हर वेले ही। जप मन सतनाम सदा, सदा तो भाव हर वेले। हलत पलत मुख उजल होई है, नित ध्याइयै हर पुरख निरंजना। ये लोक भी सबर जावेगा, परलोक भी सबर जावेगा। जिन्हां ने गुरु सवारिओ इस लोक दे विच आके अपने मनोरथ नूं, अपने मकसद नूं नहीं समझिया, उस अकाल पुरख परमात्मा जिहड़ा सारियां ताकतां दा मालिक है, जिहड़ा खिन विच नाश करन वाला है, खिन विच ढाउण वाला, खिन विच बनाउण वाला है, जिस बाबत पातशाह जी कहते, जल ते थल कर, थल ते कूआं, कूप ते मेर करावे, धरती ते आकाश चढ़ावे, चढ़े आकाश गिरावे। वो परमात्मा सारियां ताकतां दा मालिक है। वो सारियां ही मनोकामना भावना साडियां पूरियां करन वाला है। पर उसका नाम जपिया, परमात्मा का सिमरन कीतिया, वाहिगुरु दे गुण गाया। हुण साडा एक ये भी ख्याल है कि मैं तां भाई गुरु दरबार विच जाना, सत संगत करदा आ, नाम भी जपदा आ, पर मेरे जीवन दे अंदर ये फिर भी दुख आ गए ने। की कारण है, दुख क्यों आ गए ने? फिर भी दुखी रह रहा, मैं नाम जप रहा। ਇਹਦਾ मतलब ये आ कि अजे असीं नाम जप नहीं रहे, असीं इस रस्ते ते तुरे ही नहीं आ। सत संगत कर रहे हैं पर गुरु की मत नहीं आई, गुरु के बचन नहीं अजे साडे हिरदे विच वसे। तो जिस दिन वस जाएगी, जिस दिन गुरु की मत आ जाएगी, सानू कहण की लोड़ नहीं पवेगी। नाम जपांगे, सिमरन करांगे, दुख दे विच रहिंदियां होइआं भी आत्मक आनंद माणांगे, आत्मक सुख माणांगे। ये पावन बचन गुरबाणी दे सानू उपदेश कीते ने कि साडे अंदर उस नूं मिलण दी चाहत होवे, उहदे नाल मिलाप करन दी साडे मन दे अंदर लोचा होवे। पातशाह जी ने बचन कीते, कोई आन मिलावे मेरा प्रीतम प्यारा, हौं तिस पै आप विचाई, दर्शन हर देखण कै ताई। ते इस पावन बाणी दे अंदर के बचन कीता, जे सुख देहें तां तुझे आराधी, दुख भी तुझे त्याई। जे सुख दिता है ते मालिका तां भी मैं तेरा सिमरन करांगा। जे मेरे जीवन दे अंदर दुख आ गया है ते मैं उलामा नहीं दवांगा। मैं ये नहीं कहांगा कि गुरु कोल गया सा, मैं सत संगत कीती, मैं नाम जपिया, मैं सिमरन कीता, मैनूं दुख आ गया।
जे सुख देहें तां तुझे आराधी दुख भी तुझे ध्याई। ये तो दुख ते सुख जीवन के अंदर दो कपड़े ने, ये पहनने पैने। अज सुख है तो कल नूं पता नहीं फिर दुख भी वेखना पवे कोई। अज दुख है तो कल नूं सुख भी आवेगा। सुख दुख दोएदार कपड़े पहरे जाए मनुख जीवन के अंदर असीं पहनने जिन्ना चिर साडा जीवन है, जिन्ना चिर साडे सवास ने। ते महाराज कहते सुख दिता है तो तां भी मैं तेरा सिमरन करांगा, जे दुख दिता है फिर भी मैं तेरा पल्ला नहीं छड्डांगा, किसी दे होर दर ते किसी दे होर बूहे ते नहीं जावांगा। जे सुख देहें तां तुझे आराधी दुख पी तुझे ध्याई। जे भुख देहें तां इत ही राजा दुख विच सुख मनाई। जे कोई भुख आ गई है, कोई मुश्किल आ गई है, कोई कंगालता आ गई है, गरीबी आ गई है, तो मालका फिर भी मैं तेनू याद करांगा। जे भुख दें तां इत ही राजा, तेरा नाम मेरे कोल है, ये सिमरन कोल है। वाहिगुरु अकाल पुरख परमात्मा तू फिर मेरे अंग संग है, तो मैनू किसी प्रकार की कोई मुश्किल नहीं है, कोई दुख नहीं है, कोई भुख नहीं है। दुख दे विच रहिंदियां होइयां भी मैं तेरे नाल जुड़िया रहांगा, आत्मक सुख माणांगा। सतगुर महाराज कहते भाई उस परमात्मा वाहिगुरु का सिमरन कर। जप मन सदा सतनाम, सदा सतनाम, हलत पलत मुख उजल होई है, नित ध्याइया हर पुरख नरैया। भगत रविदास जी अज दे जो पावन वचन है कि संसार दे विच जो मन्ने गए ने, जो शक्तियां ने, स्वर्ग दे विच पंज जिहड़े रुख ने, पार जात आदि, और नाल ही काम धेन, चिंतामण, चिंतामण जिहड़ियां साडियां मन दीयां चितवनियां ने उन्हां नूं पूरीआं करन वाली चिंतामण, ते फिर कहंदे काम धेन। महाराज कहंदे वो सारा कुछ अकाल पुरख परमात्मा दे हत्थ विच है, परमात्मा दियां हत्थ दियां तलियां दे उपर ने। वेखो गुरु सवारियो, जिसनूं ये पता लग जावे, जिसनूं समझ आ जावे, वो गुरु तो भी सदके जाता है। वो दसन दे विच भी अपनी समर्था नहीं कि मैं मेरी की पाया मैं दस सकां कि तुहाडे हत्थ विच की है। जगत गुरु धन गुरु नानक पातशाह जी महाराज ज्योति जोत समाउण तो पहला अपनी जोत अपने सेवक भाई लहणा दे विच टकाउण तो पहला भाव गुरता गद्दी दी बख्शिश देण लगे ने। ते उस वेले बड़ियां संगतां ने, परिवार भी है। गुरु नानक पातशाह महाराज जी के साहिबजादे भी सत्कार जो बाबा श्री चंद जी, बाबा लखमी दास जी, ते संगत नूं पता लगा कि गुरु नानक पातशाह महाराज अज एक सेवक ते त्रुठे ने, उन्हां नूं गुरियाई बख्शण लगे ने, भाई लहणा जी नूं। ते संगतां ने बेनती की, सतगुरु जी साडी बेनती है, आप जी दे दो साहिबजादे ने, इन्हां दे विचों एक नूं तुसीं किरपा करो गुरियाई बख्शिश कर देवो, क्योंकि बड़े सत्कारयोग ने। क्योंकि गुरु नानक पातशाह महाराज, गुरु अंगद देव जी, गुरु अमरदास जी, गुरु रामदास जी, धन गुरु अर्जन देव जी महाराज, सारे ही गुरु साहिबाना दे जिहड़े साहिबजादे सन अत सत्कारयोग सन। गुरु हरगोबिंद साहिब जी महाराज दे 5 साहिबजादे ने, बाबा गुरदित्ता जी, बाबा सूरजमल जी, बाबा अणी राय, बाबा अटल राय, ते सब तो छोटे ने तेग बहादुर जी। क्योंकि संगतां निता प्रति जदों गुरु जी के पावन बचन उपदेश सरवण करन जांदियां ने, ते वो सत्कार दे तौर ते पहला सब तो गुरु जी के साहिबजादियां दे दर्शन हुंदे ने, मिलदे ने। अत सत्कारयोग ने, इहदे विच कोई शक नहीं, गुरु नानक पातशाह महाराज जी के साहिबजादे। पर यह तो गुरु नानक पातशाह वो परमात्मा अकाल पुरख ही जानता है, तो गुरु नानक पातशाह ही जानता कि यह गुरियाई किनू देनी है। पर हुण संगत ने कहा कि सतगुरु जी साडी बेनती है, आप जी दे 2 साहिबजादे ने, बाबा श्री चंद जी, बाबा लखमी दास, इन्हां दे विचों एक नूं तुसीं गुरियाई दे देवो। आप जी दे अत सत्कारयोग साहिबजादे ने। गुरु नानक पातशाह महाराज कहण लगे हुणे तुहानूं सारिआं नूं पता लग जावेगा कि यह गुरता गद्दी का मालिक कौन है, ये गुरियाई किनू देनी है। मैनू कहण दी लोड़ नहीं पवेगी। गुरु नानक पातशाह महाराज अपने पावन सजे हाथ दे विच एक टका लैके रख लेंदे ने, मुठ नूं बंद कर लेंदे ने, ते फिर सब तो पहला बाबा श्री चंद जी नूं कहंदे बेटा दस मेरी मुठ विच की है। ते हुण जो वेखिया सी गुरु के साहिबजादियां उही दसिया कि सतगुरु जी पिता जी आप जी की मुठ विच एक टका है,
ਇਸੇ ਤਰ੍ਹਾਂ ਹੀ ਫਿਰ ਦੂਸਰੇ ਸਾਹਿਬਜ਼ਾਦੇ ਨੂੰ ਪੁੱਛਿਆ, ਬੇਟਾ ਤੁਸੀਂ ਦੱਸੋ ਕੀ ਹੈ। ਉਹਨਾਂ ਵੀ ਕਿਹਾ ਕਿ ਭਰਾਤਾ ਜੀ ਜੋ ਕਹਿ ਰਹੇ ਨੇ ਠੀਕ ਹੈ। ਸੰਗਤ ਵੀ ਸਾਰੀ ਵੇਖਿਆ ਹੈ ਕਿ ਇੱਕ ਟਕਾ ਹੀ ਮੁੱਠ ਦੇ ਵਿੱਚ ਰੱਖਿਆ। ਹੁਣ ਵੇਖਣ ਵਾਲੀ ਜਿਹੜੀ ਨਿਗਾਹ ਹੈ ਉਹ ਸਿਰਫ ਤੇ ਸਿਰਫ ਕੇਵਲ ਅਤ ਸਤਿਕਾਰਯੋਗ ਨੇ ਬਾਬਾ ਬੁੱਢਾ ਸਾਹਿਬ ਜੀ, ਹੋਰ ਗੁਰੂ ਕੇ ਸੂਰਮੇ। ਪਰ ਇੱਕ ਭਾਈ ਲਹਿਣਾ ਜੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ ਕਰਤਾਰਪੁਰ ਸਾਹਿਬ ਦੀ ਧਰਤੀ ਦੇ, ਉਦੋਂ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਕੀਤਾ, ਪੁਰਖਾ ਤੇਰਾ ਨਾਮ ਕੀ ਹੈ? ਕਹਿਣ ਲੱਗੇ ਜੀ ਸਤਿਗੁਰੂ ਜੀ ਮੇਰਾ ਨਾਮ ਲਹਿਣਾ। ਅਜੇ ਇਹ ਨਹੀਂ ਪਤਾ ਲੱਗਾ ਕਿ ਇਹ ਗੁਰੂ ਨਾਨਕ ਦੇਵ ਜੀ ਨੇ। ਕਹਿਣ ਲੱਗੇ ਤੁਸੀਂ ਲੈਣਾ ਤੇ ਮੈਂ ਤੁਹਾਨੂੰ ਦੇਣਾ, ਤੁਸੀਂ ਮੇਰੇ ਘਰ ਆਏ ਜੋ, ਤੁਸੀਂ ਲੈਣਾ ਤੇ ਮੈਂ ਦੇਣਾ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੰਗਤ ਦੇ ਵਿੱਚ ਮੁੜ ਕੇ ਤੀਸਰੀ ਵਾਰ ਭਾਈ ਲਹਿਣਾ ਜੀ ਨੂੰ ਇਸ਼ਾਰਾ ਕਰਦੇ ਨੇ, ਭਾਈ ਲਹਿਣਾ ਜੀ ਤੁਸੀਂ ਦੱਸੋ ਮੇਰੇ ਹੱਥ ਵਿੱਚ ਕੀ ਹੈ? ਹੱਥ ਜੋੜ ਕੇ ਭਾਈ ਲਹਿਣਾ ਜੀ ਕਹਿਣ ਲੱਗੇ, ਸਤਿਗੁਰੂ ਜੀ ਮੇਰੀ ਕੀ ਪਾਇਆ ਹੈ ਕਿ ਮੈਂ ਦੱਸ ਸਕਾਂ ਤੁਹਾਡੀ ਮੁੱਠ ਵਿੱਚ ਕੀ ਹੈ? ਮੇਰੀ ਕੋਈ ਪਾਇਆ ਨਹੀਂ ਹੈ। ਫਿਰ ਵੀ ਤੁਸੀਂ ਕਿਰਪਾ ਕੀਤੀ ਹੈ, ਤੁਸੀਂ ਪੁੱਛ ਰਹੇ ਹੋ, ਆਪ ਬਖਸ਼ਿਸ਼ ਕਰੋ, ਰਹਿਮਤ ਕਰੋ, ਮੈਂ ਦੱਸਣ ਜੋਗਾ ਹੋ ਜਾਵਾਂ। ਹੱਥ ਜੋੜ ਕੇ ਕਹਿਣ ਲੱਗੇ ਭਾਈ ਲਹਿਣਾ ਜੀ, ਸਤਿਗੁਰੂ ਜੀ ਤੁਹਾਡੀ ਮੁੱਠ ਦੇ ਵਿੱਚ 9 ਨਿਧੀਆਂ 18 ਸਿੱਧੀਆਂ, ਤੁਹਾਡੀ ਮੁੱਠ ਦੇ ਵਿੱਚ ਨਾਮ ਦੇ ਸ਼ਕਤੀਆਂ ਦੇ ਭੰਡਾਰੇ ਨੇ, ਔਰ ਜਿਹਦੇ ਉੱਤੇ ਤੁਹਾਡੀ ਮੁੱਠ ਖੁੱਲ ਜਾਂਦੀ ਹੈ ਉਹਦੇ ਉੱਤੇ ਅਪਾਰ ਬਖਸ਼ਿਸ਼ ਰਹਿਮਤ ਹੋ ਜਾਂਦੀ ਹੈ। 9 ਨਿਧੀਆਂ 18 ਸਿੱਧੀਆਂ। ਗੁਰੂ ਘਰ ਦੇ ਵਿੱਚ ਗੁਰੂ ਸਵਾਰਿਓ, ਗੁਰੂ ਕੀ ਬਾਣੀ, ਗੁਰੂ ਦਾ ਉਪਦੇਸ਼, ਗੁਰੂ ਦਾ ਪੱਲਾ ਜਿਸ ਨੇ ਪਕੜ ਲਿਆ, 9 ਖਜ਼ਾਨੇ 18 ਰਿਧੀਆਂ ਸਿੱਧੀਆਂ ਦੇ ਮਗਰ ਜਾਣ ਦੀ ਲੋੜ ਨਹੀਂ ਹੈ। ਕਿਉਂਕਿ ਗੁਰੂ ਜੀ ਮਹਾਰਾਜ ਨੇ ਸਾਨੂੰ ਇੱਕ ਦੇ ਨਾਲ ਜੋੜਿਆ, ਪਰਮਾਤਮਾ ਦੇ ਨਾਲ ਜੋੜਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਆ, ਪ੍ਰਭ ਕੈ ਸਿਮਰਨ ਰਿੱਧ ਸਿੱਧ 9 ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਸਤਿਗੁਰ ਮਹਾਰਾਜ ਕਹਿੰਦੇ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਈ। ਜਿਹੜਾ ਪ੍ਰਮਾਤਮਾ ਨੂੰ ਹਮੇਸ਼ਾ ਆਪਣੇ ਚਿੱਤ ਵਿੱਚ ਵਸਾਉਂਦਾ ਏ, ਸਦਾ ਯਾਦ ਰੱਖਦਾ ਏ, ਉਹਨੂੰ ਕਿਸੇ ਪ੍ਰਕਾਰ ਦਾ ਘਾਟਾ ਨਹੀਂ। 9 ਨਿਧੀ 18 ਸਿੱਧੀ, 9 ਖਜ਼ਾਨੇ ਤੇ 18 ਗੁਪਤ ਸ਼ਕਤੀਆਂ, ਇਹ ਉਹਦੇ ਪਿੱਛੇ ਲੱਗ ਜਾਂਦੀਆਂ ਨੇ। ਹੁਣ ਮਗਰ ਲੱਗਣ ਦੀ ਲੋੜ ਨਹੀਂ ਹੈ। ਇੱਥੇ ਤਾਂ ਸੰਸਾਰ ਦੇ ਵਿੱਚ ਲੋਕ ਆਪਣੇ ਸਰੀਰ ਦੇ ਉੱਤੇ ਮਨ ਦੇ ਹੱਠ ਦੇ ਨਾਲ ਕਈ ਤਰ੍ਹਾਂ ਦੇ ਮਨ ਹੱਠ ਕਰਕੇ ਰਿੱਧੀਆਂ ਸਿੱਧੀਆਂ ਨੂੰ ਪ੍ਰਾਪਤ ਕਰਦੇ ਨੇ। ਸਹਿਜ ਦੇ ਵਿੱਚ ਪਰਮਾਤਮਾ ਨੂੰ ਚੇਤੇ ਕਰਕੇ ਉਹ ਰਿੱਧੀਆਂ ਸਿੱਧੀਆਂ ਗੁਪਤ ਸ਼ਕਤੀਆਂ ਜਿਹੜੀਆਂ ਨੇ ਉਹਦੇ ਜੀਵਨ ਵਿੱਚ ਆ ਜਾਂਦੀਆਂ ਨੇ। ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦਾ ਜਿਹੜੇ ਸਿਮਰਨ ਕਰਦੇ ਨੇ। ਫਿਰ ਇੱਕ ਅੱਗੇ ਬਚਨ ਕੀਤਾ ਹੈ, ਵਿਣ ਸਤਿਗੁਰ ਨਾਉ ਨਾ ਪਾਈਐ ਬੁੱਝੋ ਕਰ ਵਿਚਾਰ। ਇਹ ਇੱਕ ਭੁਲੇਖਾ ਸਾਡਾ ਕਿ ਕੀ ਲੋੜ ਹੈ ਜੀ, ਗੁਰੂ ਨੇ ਹੁਣ ਕਹਿ ਹੀ ਦਿੱਤਾ ਨਾਮ ਜਪਣਾ ਹੈ ਤੇ ਫਿਰ ਗੁਰੂ ਦੀ ਕੀ ਲੋੜ ਹੈ? ਗੁਰੂ ਤੋਂ ਬਗੈਰ, ਗੁਰੂ ਦੀ ਮੱਤ, ਗੁਰੂ ਦਾ ਉਪਦੇਸ਼, ਗੁਰੂ ਤੋਂ ਬਗੈਰ ਜੀਵਨ ਦੇ ਅੰਦਰ ਅੰਧਕਾਰ ਹੈ। ਅਗਿਆਨਹੀਣ ਅਗਿਆਨ ਪੂਜਾ, ਅੰਧ ਵਰਤਾਵਾ ਭਾਉ ਦੂਜਾ। ਅਗਿਆਨ ਤੋਂ ਹੀਣੇ ਮਨੁੱਖ ਜਿਹੜੇ ਨੇ ਉਹ ਨਾਮ ਜਪਦੇ ਨੇ ਤੇ ਵਹਿਮਾਂ ਵਿੱਚ ਪੈ ਜਾਂਦੇ, ਭਰਮਾਂ ਵਿੱਚ ਪੈ ਜਾਂਦੇ। ਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਗੁਰਮਤਿ ਸਮਤ ਬਖਸ਼ਿਸ਼ ਕਰਦੇ ਨੇ। ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਹੈ ਤੇ ਇਸ ਵਾਸਤੇ ਮਹਾਰਾਜ ਕਹਿੰਦੇ ਭਾਈ ਗੁਰੂ ਕੋਲ ਆਓ। ਬਿਨ ਸਤਿਗੁਰ ਨਾਉ ਨਾ ਪਾਈਐ ਬੁੱਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ। ਉਹ ਫਿਰ ਹਮੇਸ਼ਾ ਹੀ ਆਤਮਕ ਆਨੰਦ ਆਤਮਕ ਸੁਖ ਮਾਣੇਗਾ ਪੂਰੇ ਭਾਗਾਂ ਦੇ ਨਾਲ, ਜਿਹਨੂੰ ਸਤਿਗੁਰ ਦਾ ਮਿਲਾਪ ਹੋ ਜਾਂਦਾ ਹੈ। ਵਿਣ ਸਤਿਗੁਰ ਨਾਉ ਨਾ ਪਾਈਏ ਤੇ ਜੀਵਨ ਦੇ ਅੰਦਰ ਗੁਰੂ ਸਵਾਰਿਓ, ਇਹ ਗੁਰੂ ਦੇ ਬਚਨ ਨੇ, ਗੁਰੂ ਦੇ ਉਪਦੇਸ਼ ਨੇ ਕਿ ਗੁਰੂ ਨੂੰ ਛੱਡ ਕੇ ਅਸੀਂ ਹੋਰ ਪਾਸੇ ਜਦੋਂ ਜਾਵਾਂਗੇ ਜੀਵਨ ਦੇ ਅੰਦਰ ਇੱਕ ਭੁਲੇਖਾ ਕੱਢ ਦੇਣਾ ਕਿ ਕਦੇ ਵੀ ਅਸੀਂ ਸੁੱਖ ਨਹੀਂ ਮਾਣ ਸਕਾਂਗੇ, ਹੋਰ ਸਗੋਂ ਦੁਖੀ ਹੋਵਾਂਗੇ। ਹੋਈਏ ਅਸੀਂ ਗੁਰੂ ਕੇ ਆਪਣੇ ਆਪ ਨੂੰ ਆਖੀਏ ਕਿ ਸਾਡਾ ਵੱਡਿਆਂ ਦੇ ਵੱਡੇ ਵਡੇਰਿਆਂ ਦੇ ਘਰ ਅਸੀਂ ਸਿੱਖ ਜਨਮ ਲਿਆ ਹੈ, ਸਿੱਖੀ ਦੇ ਵਿੱਚ ਹੀ ਅਸੀਂ ਜਨਮ ਲਿਆ ਹੈ। ਪਰ ਜਿੰਨਾ ਚਿਰ ਅਸੀਂ ਗੁਰੂ ਦੀ ਮੱਤ, ਗੁਰੂ ਦੇ ਉਪਦੇਸ਼ ਨੂੰ, ਠੀਕ ਹੈ ਸਾਡਾ ਸਿੱਖਾਂ ਦੇ ਘਰ ਜਨਮ ਹੋਇਆ ਹੈ, ਪਰ ਅੱਗੇ ਹੁਣ ਅਸੀਂ ਵੇਖਣਾ ਹੈ ਕਿ ਸਿੱਖ ਬਣਨਾ ਹੈ ਕਿ ਕੀ ਬਣਨਾ ਹੈ। ਸਿੱਖ ਸਿਰਫ
ਇਹ ਨਹੀਂ ਹੈ ਕਿ ਸਿੱਖ ਦੇ ਘਰ ਸਿੱਖ ਦਾ ਬੱਚੇ ਦਾ ਜਨਮ ਹੋ ਗਿਆ ਤੇ ਇਹ ਸਿੱਖ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਸਿੱਖਿਆ ਤੇ ਚੱਲਣਾ ਪਵੇਗਾ, ਗੁਰੂ ਦੀ ਮੱਤ ਨੂੰ ਗੁਰੂ ਵਾਲਾ ਬਣਨਾ ਪਵੇਗਾ। ਕੱਲ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਪਾਵਨ ਗੁਰਤਾ ਗੱਦੀ ਪੁਰਬ ਲੰਘ ਕੇ ਗਿਆ ਹੈ। ਇਹ ਤੋਂ ਸਾਨੂੰ ਸੇਧ ਮਿਲਦੀ ਹੈ। ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਬਣਨ ਤੋਂ ਪਹਿਲਾਂ ਨਿਮਰਤਾ ਦਾ ਸੁਭਾਅ ਸੀ, ਦਾਨ ਪੁੰਨ ਕਰਨ ਵਾਲੇ ਸਨ, ਮਜਲੂਮਾਂ ਦੀ ਗਰੀਬਾਂ ਦੀ ਬਾਂਹ ਫੜਨ ਵਾਲੇ ਸਨ, ਸੇਵਾ ਕਰਨ ਵਾਲੇ ਸਨ, ਸਾਰਾ ਕੁਝ ਕਰਦੇ ਸਨ। ਪਰ ਇੱਕ ਦਿਨ ਐਸਾ ਆਇਆ ਕਿ ਜਦੋਂ ਕਿਸੇ ਵੈਸ਼ਨਵ ਮਤ ਦੇ ਸਾਧੂ ਦੇ ਮੁਖ ਤੋਂ ਇਹ ਸੁਣਨਾ ਪਿਆ ਕਿ ਉਹਨੇ ਕਿਹਾ ਕਿ ਗੁਰੂ ਕਿਹੜਾ ਹੈ, ਕਹਿਣ ਲੱਗੇ ਗੁਰੂ ਦੀ ਵੀ ਲੋੜ ਹੁੰਦੀ ਹੈ। ਇਹਦਾ ਮਤਲਬ ਗੁਰੂ ਦੀ ਲੋੜ ਹੈ। ਬਾਬਾ ਅਮਰਦਾਸ ਜੀ ਕਹਿਣ ਲੱਗੇ ਮੈਂ ਤਾਂ ਅਜੇ ਤੱਕ ਗੁਰੂ ਧਾਰਨ ਨਹੀਂ ਕੀਤਾ। ਅੱਗੋਂ ਕ੍ਰੋਧਿਤ ਹੋਇਆ ਕਿ ਮੇਰਾ ਕੀਤਾ ਕਰਾਇਆ ਸਾਰਾ ਭ੍ਰਿਸ਼ਟ ਹੋ ਗਿਆ, ਮੈਂ ਇੰਨੀ ਵਾਰ ਗੰਗਾ ਤੇ ਇਸ਼ਨਾਨ ਕਰਕੇ ਆਇਆ, ਇਹ ਸਾਰਾ ਮੇਰਾ ਕੀਤਾ ਹੋਇਆ ਨਸ਼ਟ ਹੋ ਗਿਆ ਹੈ। ਹੁਣ ਬਾਬਾ ਅਮਰਦਾਸ ਜੀ ਗੁਰੂ ਦੀ ਭਾਲ ਵਿੱਚ ਕਿਵੇਂ ਲੱਗੇ ਨੇ, ਕਿਵੇਂ ਆਪਣੇ ਨਗਰ ਤੋਂ ਖਡੂਰ ਸਾਹਿਬ ਦੀ ਪਾਵਨ ਧਰਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਜਾਂਦੇ ਨੇ। ਰਿਸ਼ਤੇ ਦੇ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਕੁੜਮ ਲੱਗਦੇ ਨੇ, ਪਰ ਕੁੜਮ ਬਣ ਕੇ ਨਹੀਂ ਗਏ। ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰਗੱਦੀ ਤੋਂ ਉੱਠ ਕੇ ਜੱਫੀ ਪਾਉਣ ਵਾਸਤੇ ਅੱਗੋਂ ਮਿਲਣ ਵਾਸਤੇ ਜਦੋਂ ਉੱਠੇ ਨੇ ਤੇ ਬਾਬਾ ਅਮਰਦਾਸ ਜੀ ਕਹਿਣ ਲੱਗੇ ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਅੱਜ ਮੈਂ ਇੱਕ ਦੁਨਿਆਵੀ ਰਿਸ਼ਤੇ ਵਜੋਂ ਨਹੀਂ ਆਇਆ, ਮੈਂ ਅੱਜ ਆਪ ਜੀ ਦਾ ਸੇਵਕ ਬਣ ਕੇ ਆਇਆ, ਮੈਂ ਆਪ ਜੀ ਦੇ ਚਰਨਾਂ ਵਿੱਚ ਰਹਿਣ ਵਾਸਤੇ ਆਇਆ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰ ਦਿੱਤੀ। ਸ਼ਬਦ ਗੁਰੂ, ਬਾਣੀ ਗੁਰੂ, ਸ਼ਬਦ ਦੀ ਵਿਚਾਰ ਸਰਵਣ ਕਰਨੀ, ਗੁਰੂ ਦੀ ਮੱਤ ਨੂੰ ਧਾਰਨ ਕਰਨਾ, ਗੁਰੂ ਦੇ ਉਪਦੇਸ਼ਾਂ ਤੇ ਚੱਲਣਾ, ਸੇਵਾ ਤੇ ਸਿਮਰਨ ਦੇ ਵਿੱਚ ਲੱਗੇ। ਔਰ ਲੰਮੇ ਸਮੇਂ ਬਾਅਦ 12 ਸਾਲ ਤਕਰੀਬਨ ਉਹਨਾਂ ਨੇ ਸੇਵਾ ਕੀਤੀ ਹੈ। ਔਰ ਸੇਵਾ ਵੀ ਆਪ ਜੀ ਜਾਣਦੇ ਹੋ ਕੈਸੀ ਸੇਵਾ ਸੀ। ਆਪ ਖਡੂਰ ਸਾਹਿਬ ਦੀ ਪਾਵਨ ਧਰਤੀ ਤੋਂ ਗੋਇੰਦਵਾਲ ਸਾਹਿਬ ਜਾਣਾ ਗਾਗਰ ਲੈ ਕੇ, ਅੰਮ੍ਰਿਤ ਵੇਲੇ ਆਪ ਇਸ਼ਨਾਨ ਕਰਨਾ, ਗਾਗਰ ਜਲ ਭਰ ਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਆ ਕੇ ਇਸ਼ਨਾਨ ਕਰਾਉਣਾ। ਫਿਰ ਗੁਰੂ ਵਾਲੇ ਆਪ ਬਣੇ ਤੇ ਆਪ ਇੱਥੋਂ ਤੱਕ ਚਲੇ ਗਏ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜਿਹੜੇ ਸਾਹਿਬਜ਼ਾਦੇ ਸਨ, ਜਿਹੜੇ ਸਤਿਗੁਰ ਮਹਾਰਾਜ ਜੀ ਦੇ ਅੰਗ ਸੰਗ ਰਹਿੰਦੇ ਸਨ, ਪਰ ਉਹਨਾਂ ਦੀ ਨਿਗਾਹ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਜਿਹਦੀ ਪ੍ਰੀਖਿਆ ਦੇ ਵਿੱਚ ਨਿਗਾਹ ਦੇ ਵਿੱਚ ਸਫਲ ਹੋਏ ਤੇ ਬਾਬਾ ਅਮਰਦਾਸ ਜੀ ਹੋਏ। ਜਿਸ ਦਿਨ ਖਡੂਰ ਸਾਹਿਬ ਦੀ ਪਾਵਨ ਧਰਤੀ ਦੇ ਜੁਲਾਹੇ ਦੀ ਖੱਡੀ ਦੇ ਨਾਲ ਅੜ ਕੇ ਜਦੋਂ ਡਿੱਗਣ ਲੱਗੇ ਨੇ, ਗਾਗਰ ਜਲ ਦੀ ਭਰੀ ਹੈ, ਹਨੇਰੀ ਹੈ, ਤੇ ਆਪਣੇ ਆਪ ਨੂੰ ਵੀ ਸੰਭਾਲਿਆ। ਆਪਾਂ ਕਹਿ ਦਿੰਦੇ ਹਾਂ ਜੀ ਬਜ਼ੁਰਗ ਅਵਸਥਾ, ਠੀਕ ਹੈ ਬਜ਼ੁਰਗ ਅਵਸਥਾ, ਪਰ ਗੁਰੂ ਅਮਰਦਾਸ ਜੀ ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਅੰਦਰ ਪਰਮਾਤਮਾ ਵਾਹਿਗੁਰੂ ਦਾ ਗਿਆਨ ਹੈ, ਸੁਰਤ ਹੈ, ਪਰਮਾਤਮਾ ਨਾਲ ਜੁੜੀ ਹੈ, ਉਹ ਬੁੱਢੇ ਨਹੀਂ ਹੈ। ਆਪਣੇ ਆਪ ਨੂੰ ਸੰਭਾਲਿਆ। ਬਾਬਾ ਅਮਰਦਾਸ ਜੀ ਨੇ ਜਲ ਵੀ ਗਾਗਰ ਵਿੱਚੋਂ ਡੁੱਲਣ ਨਹੀਂ ਦਿੱਤਾ ਤੇ ਉਸ ਵੇਲੇ ਉਸ ਜਲਾਹੀ ਨੇ ਕੁਝ ਕਿਹਾ ਤੇ ਉਹਦਾ ਜਵਾਬ ਦਿੱਤਾ ਸਹਿਜ ਸੁਭਾਏ। ਇੱਕ ਸਾਧ ਬਚਨ ਅਟਲਾਦਾ ਉਹਨੇ ਕਿਹਾ ਸੀ ਕਿ ਇਹ ਅਮਰੂ ਹੋਣਾ ਨਿਥਾਵਾਂ ਜਿਹਨੂੰ ਨਾ ਦਿਨ ਚੈਨ ਨਾ ਰਾਤ ਨੂੰ ਚੈਨ, ਤੇ ਸਹਿਜ ਸੁਭਾਏ ਬਾਬਾ ਅਮਰਦਾਸ ਜੀ ਕਹਿੰਦੇ ਚੱਲੀਏ, ਮੈਂ ਨਿਥਾਵਾਂ ਨਹੀਂ ਆ, ਮੈਂ ਥਾਂ ਵਾਲਾ, ਮੈਨੂੰ ਗੁਰੂ ਘਰ ਦੇ ਵਿੱਚ ਥਾਂ ਮਿਲ ਗਈ ਹੈ। ਹੁਣ ਮੈਂ ਨਿਥਾਵਾਂ ਨਹੀਂ, ਪਹਿਲਾਂ ਨਿਥਾਵਾਂ ਸਾਂ, ਹੁਣ ਮੈਂ ਥਾਂ ਮਿਲ ਗਈ ਹੈ। ਸਹਿਜ ਸੁਭਾਏ ਝੱਲੀ ਕਿਹਾ ਤੇ ਝੱਲ ਪੁਣਾ ਹੋ ਗਿਆ। ਸਵੇਰ ਵੇਲੇ ਜੁਲਾਹਾ ਆਪਣੀ ਘਰ ਵਾਲੀ ਨੂੰ ਲੈ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਆਉਂਦਾ ਹੈ, ਮਾਫੀ ਮੰਗਦਾ ਹੈ, ਬੇਨਤੀਆਂ ਕਰਦਾ ਹੈ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ ਹੋਇਆ ਕੀ ਹੈ? ਦੱਸਿਆ ਕਿ ਤੁਹਾਡਾ ਸੇਵਕ ਜਿਹੜਾ ਸਹਿਜ ਦੇ ਵਿੱਚ ਇਹਨਾਂ ਨੇ ਮੇਰੀ ਘਰ ਵਾਲੀ ਨੂੰ ਜੁਲਾਹੀ ਨੂੰ ਕਿਹਾ ਕਿ ਚੱਲ ਗਏ, ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਅਮਰੂ ਨਿਥਾਵਾਂ ਹੋਣਾ, ਪਰ ਉਹਨਾਂ ਨੇ ਸਹਿਜ ਦੇ ਵਿੱਚ ਬਚਨ ਕੀਤਾ। ਉਸ ਵੇਲੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਾਬਾ ਅਮਰਦਾਸ ਜੀ ਨੂੰ ਆਪਣੇ ਗਲ ਦੇ ਨਾਲ, ਆਪਣੀ ਛਾਤੀ ਦੇ ਨਾਲ ਲਾ ਕੇ ਵਰ ਦੇਣਾ ਕੀਤੇ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਭੱਤ, ਨਿਧਰਿਆਂ ਦੀ ਧਿਰ, ਬਾਬਾ ਅਮਰਦਾਸ ਜੀ ਨੂੰ। ਸੋ ਗੁਰੂ ਵਾਲਾ ਜ਼ਰੂਰੀ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਜਿੰਨਾ ਚਿਰ ਅਸੀਂ ਗੁਰੂ ਵਾਲੇ ਨਹੀਂ ਬਣਦੇ, ਫਿਰ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਆਪ ਰਹਿਮਤ ਬਖਸ਼ਿਸ਼ ਕਰਦਾ ਹੈ। ਭਗਤ ਰਵਿਦਾਸ ਜੀ ਬਚਨ ਕਰਦੇ ਨੇ, ਭਾਈ
ਰਹਾਉ ਦੀਆਂ ਪੰਕਤੀਆਂ ਅੰਦਰ ਹਰ 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 ਨਾ ਜਪਸ ਰਸਨਾ ਅਵਰ ਸਭ ਛਾੜ ਬਚਨ ਰਚਨਾ। ਭਾਈ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਕਿਉਂ ਨਹੀਂ ਜਪਦਾ? ਹੋਰ ਸਭ ਫੋਕੀਆਂ ਗੱਲਾਂ ਛੱਡ ਕੇ ਆਪਣੀ ਜੀਭ ਦੇ ਨਾਲ, ਰਸਨਾ ਦੇ ਨਾਲ ਉਸ ਵਾਹਿਗੁਰੂ ਦਾ ਨਾਮ ਨਹੀਂ ਜਪਦਾ। ਭਗਤ ਜੀ ਬਚਨ ਕਰਦੇ ਹਰ ਕਾ ਨਾਮ ਨਾ ਜਪਸ ਗਵਾਰਾ। ਜਿਹੜਾ ਨਾਮ ਨਹੀਂ ਨਾ ਜਪਦਾ, ਜਿਹੜਾ ਨਾਮ ਨਹੀਂ ਜਪਦਾ ਉਹਨੂੰ ਕਹਿੰਦੇ ਗਵਾਰ। ਗਵਾਰ ਦਾ ਅਰਥ ਹੈ ਮੂਰਖ। ਹਰ ਕਾ ਨਾਮ ਨਾ ਜਪਸ ਗਵਾਰਾ। ਕਿਆ ਸੋਚਾਂ ਬਾਰੰਬਾਰਾ? ਕੀ ਸੋਚਦਾ ਪਿਆ ਬਾਰ ਬਾਰ? ਨਾਮ ਜਪਣ ਵਾਸਤੇ ਆਇਆ, ਪਰਮਾਤਮਾ ਦਾ ਸਿਮਰਨ ਕਰਨ ਵਾਸਤੇ ਆਇਆ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ, ਸਭ ਮੁਕਦੀ ਚੱਲੀ ਰਹਿਣ। ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਨਾਮ ਨਾ ਜਾਣਿਆ ਰਾਮ ਕਾ, ਮੂੜੇ ਫਿਰ ਪਾਛੈ ਪਛਤਾਹੇ ਰੇ। ਅੰਤ ਵੇਲੇ ਤੈਨੂੰ ਪਛਤਾਉਣਾ ਪਵੇਗਾ ਜੇ ਨਾਮ ਉਸ ਅਕਾਲ ਪੁਰਖ ਰਮੇ ਹੋਏ ਵਿਆਪਕ ਪ੍ਰਭੂ ਦਾ ਨਾਮ ਨਾ ਜਪਿਆ, ਉਸ ਦਾ ਨਾਂ ਸਿਮਰਨ ਕੀਤਾ, ਅੰਤ ਵੇਲੇ ਪਛਤਾਉਣਾ ਪਵੇਗਾ। ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਿਆ ਹੀ ਸਾਰੇ ਸੁੱਖ ਮਿਲਣੇ ਨੇ, ਨਹੀਂ ਤਾਂ ਜੀਵਨ ਦੇ ਅੰਦਰ ਇਹ ਸੰਸਾਰ ਇੱਕ ਦੁੱਖਾਂ ਦਾ ਸਮੁੰਦਰ ਹੈ। ਜੇ ਸੁੱਖਾਂ ਦੇ ਸਾਗਰ ਦੇ ਨਾਲ ਜੁੜਨਾ ਏ ਤੇ ਨਾਮ ਜਪ, ਇਹ ਸੰਸਾਰ ਸਮੁੰਦਰ ਨੂੰ ਪਾਰ ਕਰ ਲਵੇਗਾ। ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾ, ਉਸ ਦਾ ਨਾਮ ਜਪ, ਉਸ ਦਾ ਸਿਮਰਨ ਕਰ। ਉਹ ਸੁੱਖਾਂ ਦਾ ਸਮੁੰਦਰ ਹੈ। ਸਤਿਗੁਰ ਮਹਾਰਾਜ ਬਾਣੀ ਦੇ ਅੰਦਰ ਬਚਨ ਕਰਦੇ ਜਾ ਕੈ ਸਿਮਰਨ ਸਭ ਕਿਛ ਪਾਈਐ, ਬਿਰਥੇ ਘਾਲ ਨਾ ਜਾਈ। ਤਿਸ ਪ੍ਰਭ ਤਿਆਗ ਅਵਰ ਕਤ ਰਾਚੋ, ਜੋ ਸਭ ਮੈਂ ਰਹਿਆ ਸਮਾਈ। ਨਾਮ ਜਪਣਾ ਪਵੇਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਰੇ ਮਨ ਰਾਮ ਸਿਉ ਕਰ ਪ੍ਰੀਤ, ਸ਼ਰਵਨ ਗੋਬਿੰਦ ਗੁਣ ਸੁਨੋ ਅਰ ਗਾਓ ਰਸਨਾ ਗੀਤ। ਕੰਨਾਂ ਦੇ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਸਰਵਣ ਕਰੋ, ਰਸਨਾ ਦੇ ਨਾਲ ਉਸ ਦੀ ਉਸਤਤ ਕਰੋ, ਉਸ ਦੇ ਗੁਣ ਗਾਓ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਬਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਹੁਣ ਧਰਤੀ ਦੇ ਅੰਦਰ ਗੁਰੂ ਸਵਾਰਿਓ ਜਦੋਂ ਅਸੀਂ ਬੋਰ ਕਰਦੇ ਹਾਂ ਪਾਣੀ ਕੱਢਣ ਵਾਸਤੇ, ਸਾਡੇ ਅੰਦਰ ਪਰਮਾਤਮਾ ਵਾਹਿਗੁਰੂ ਨੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤਰਾਈ, ਦੁਬਦਾ ਇਹ ਫਲ ਨਾਹੀ ਜੀਓ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘਟ ਮਾਹੀ ਜੀਓ। ਪਾਤਸ਼ਾਹ ਜੀ ਕਹਿੰਦੇ ਹਿਰਦੇ ਅੰਦਰ ਹੀ ਪਰਮਾਤਮਾ ਵਾਹਿਗੁਰੂ ਹੈ, ਪਰ ਇਸ ਨੂੰ ਕਿਵੇਂ ਪ੍ਰਗਟ ਕਰਨਾ ਹੈ, ਕਿਵੇਂ ਸਾਨੂੰ ਮਹਿਸੂਸ ਹੋਵੇ, ਕਿਵੇਂ ਉਸ ਮਾਲਕ ਦੇ ਨਾਲ ਅਸੀਂ ਇੱਕਮਿਕ ਹੋ ਸਕਦੇ ਹਾਂ। ਮੈਂ ਬੇਨਤੀ ਕਰ ਰਿਹਾ ਸੀ ਕਿ ਧਰਤੀ ਦੇ ਅੰਦਰ ਬੋਰ ਕਰੀਦਾ, ਪਾਣੀ ਹੈ ਧਰਤੀ ਦੇ ਅੰਦਰ, ਪਰ ਪਾਣੀ ਉੱਪਰੋਂ ਪਹਿਲਾਂ ਪਾਉਣਾ ਪੈਂਦਾ ਹੈ। ਨਲਕਾ ਜਾਂ ਹੋਰ ਬੋਰ ਬੰਬੀ ਜਦੋਂ ਵੀ ਬੋਰ ਕੀਤਾ ਜਾਂਦਾ ਹੈ ਤੇ ਇਹ ਨਹੀਂ ਕਿ ਆਪਣੇ ਆਪ ਥੱਲਿਓਂ ਧਰਤੀ ਤੋਂ ਪਾਣੀ ਉੱਪਰ ਆ ਜਾਵੇਗਾ। ਕਿਹਾ ਜਾਂਦਾ ਹੈ, ਬੋਰ ਕਰਨ ਵਾਲਾ ਕਹਿੰਦਾ ਕਿ ਹੁਣ ਉੱਪਰੋਂ ਪਾਣੀ ਪਾਓ, ਪਾਣੀ ਦੇ ਵਿੱਚ ਪਾਣੀ ਮਿਲਾਵਾਂਗੇ ਤੇ ਉਹ ਪਾਣੀ ਨੂੰ ਪ੍ਰਗਟ ਹੋਵੇਗਾ। ਇਸੇ ਤਰ੍ਹਾਂ ਗੁਰੂ ਕੀ ਬਾਣੀ, ਗੁਰੂ ਦਾ ਉਪਦੇਸ਼, ਗੁਰੂ ਦਾ ਬਚਨ ਹੈ, ਇਹ ਅਸੀਂ ਪੜਾਂਗੇ, ਸਰਵਣ ਕਰਾਂਗੇ, ਗੁਰੂ ਦੀ ਮੱਤ ਆਵੇਗੀ ਤੇ ਸਾਡੇ ਅੰਦਰ ਉਹ ਪਰਮਾਤਮਾ ਵਾਹਿਗੁਰੂ ਜਿਹੜਾ ਹੈ ਉਹ ਪ੍ਰਗਟ ਹੋ ਜਾਵੇਗਾ। ਸਾਨੂੰ ਸਮਝ ਆ ਜਾਵੇਗੀ ਕਿ ਉਹ ਮਾਲਕ ਹੈ। ਰਸਨਾ ਦੇ ਨਾਲ ਫਿਰ ਜਪਣਾ ਪਵੇਗਾ, ਵਾਹਿਗੁਰੂ ਦੇ ਗੁਣ ਗਾਉਣੇ ਪੈਣਗੇ। ਜਾ ਕੇ ਸਿਮਰਨ ਸਭ ਕੁਛ ਪਾਈਐ, ਬਿਰਥੀ ਘਾਲ ਨਾ ਜਾਈ। ਮਹਾਰਾਜ ਨੇ ਪਰਮਾਤਮਾ ਦਾ ਨਾਮ ਜਪਣਾ, ਜਪਣ ਦੇ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ। ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ, ਸਾਰੀਆਂ ਮਨੋਕਾਮਨਾ ਭਾਵਨਾ ਪੂਰੀਆਂ ਹੋ ਜਾਂਦੀਆਂ। ਥਾਂ ਪਰ ਥਾਂ ਨਹੀਂ ਜਾਣਾ ਪੈਂਦਾ ਕਿ ਇਹ ਸ਼ਕਤੀ ਦੇ ਨਾਲ ਜੁੜਾਂਗੇ ਤੇ ਇਹ ਪ੍ਰਾਪਤ ਹੋਵੇਗਾ, ਇਸ ਚੀਜ਼ ਦੇ ਨਾਲ ਜੁੜਾਂਗੇ ਤੇ ਇਹ ਪ੍ਰਾਪਤ ਹੋਵੇਗਾ। ਆਪਣਾ ਮਨੁੱਖਾ ਜਨਮ ਵੀ ਜਿਹੜਾ ਉਹ ਸੁਹੇਲਾ ਹੋ ਜਾਵੇਗਾ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਥਾਂ ਥਾਂ ਤੇ ਠੇਡੇ ਨਹੀਂ ਖਾਣੇ ਪੈਣਗੇ। ਇੱਕ ਵਾਰ ਗੁਰੂ ਚਰਨਾਂ ਵਿੱਚ ਆ ਕੇ ਅਸੀਂ ਕਹਿ ਦਈਏ ਸਤਿਗੁਰੂ ਜੀ ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਮਹਾਰਾਜ ਕਹਿੰਦੇ ਇੱਕ ਵਾਰ ਕਹਿ ਸੱਚੇ ਦਿਲੋਂ ਅੰਦਰੋਂ, ਸਗਲ ਤਿਆਗ ਗੁਰ ਸ਼ਰਣੀ ਆਇਆ, ਮਿਟੇ ਆਂਦੇਸੇ ਨਾਨਕ ਸੁਖ ਪਾਇਆ। ਮਹਾਰਾਜ ਕਹਿੰਦੇ ਤੇਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ।
आत्मक सुख की प्राप्ति होवेगी जिस दिन तू कहेगा मैं गुरु आप जी की शरण में आ गया। मैं सारे पासे भज के वेख लेने, सगल द्वार को छाड़ के गहियो तुहारो द्वार, बाहां गहे की लाज अस गोबिंद दास तुहार। हुण असीं तेरी शरण विच आ गए हैं, हुण असीं किसे पासे नहीं जाना, क्योंकि वो सारियां ताकतां दा मालिक है, उस तो बगैर होर कोई दूजा नहीं है। वो सारियां शक्तियां दा मालिक है, तुद बिन दूजा ना ही कोई, तू करतार करें सो होए, तेरा जोर तेरी मन टेक, सदा सदा जप नानक एक। फिर अगे बचन करते हैं, सब ऊपर पार ब्रह्म दा तार, कोई है एडा वड्डा? सब तो उपर, सब तो श्रोमणी, सब तो वड्डा इको एक अकाल पुरख है जिहड़ा सर्व व्यापक है, जिहड़ा सारे जीवां नूं पैदा करने वाला है, जिहड़ा सारे जीवां नूं रिजक देण वाला है, जिहड़ा सारे जीवां दा संघार भी करने वाला है, सर्व कला समर्थ है। सब ऊपर पार ब्रह्म दा तार, तेरी टेक तेरा आधार, है तू होवनहार, अगम अगाध ऊच अपार। अगे पातशाह जी कहते है बड़ा वड्डा अगम है, अपहुंच तो परे है, उहदा पारावार नहीं पाया जा सकता, उहदा अंत नहीं पाया जा सकता। केवल ते केवल असीं उस मालिक दी सिफत करके उसदे गुण गा गा के उस दे नाल एकमिक होना है, लिवलीन होना है, उहदा अंत नहीं पाना, अंत नहीं पा सकते। जिहड़ा है बेअंत अंत नहीं पाया जा सकता। भगत कबीर जी बचन करते, सनक सनंद महेश समाना, शेख नाग तेरो मरम ना जाना। तेरे भेद नूं तां ये नहीं जान सके। तो फिर भगत जी नूं पुछिए, भगत जी की करना चाहिए? भगत कबीर जी कहते, संत संगत आराम हृदय बसाई। संत संगत रब दे प्यारे भगती करन वालियां दा संग करना है, केवल ते केवल उस अकाल पुरख राम नूं जो रमिया होया सर्व व्यापक है, उस नूं अपने हिरदे विच वसाउणा, चेते विच रखना है, भुलाउणा नहीं है, उहदे नाल जुड़े रहना है, फिर सब कुछ ही प्राप्त होवेगा। उस परमात्मा नूं छड्ड के जीव दुखी हुंदा है। इस वास्ते महाराज कहते, उस अकाल पुरख परमात्मा दा सिमरन करो। हर हर सिमरो संतो गोपाला, साध संग मिल नाम त्याग, पूरन होवे काला। फिर अगे बचन करदे, सार संभालै नित प्रत पालै, प्रेम सहत गल लावै, कहो नानक प्रभ तुमरे बिसरत, जगत जीवन कैसे पावै। कोई जिंदगी नहीं है, कोई जीवन नहीं जे परमात्मा विसर गया। तो सार संभालै नित प्रतिपालै, वो साडी संभाल करता है, साडी प्रतिपालना करता है, तो उसनों विसार के जिंदगी की है? आत्मक तौर पर मरिया होया वो आदमी जिहड़ा परमात्मा वाहिगुरू नूं चेता ही नहीं करता, जां होरना शक्तियां दे नाल जुड़िया होया। महाराज कहते, इको एक अकाल पुरख परमात्मा है, तेरी टेक तेरा आधार, है तू होवनहार, अगम अगाध ऊच अपार। ते पातशाह जी कहते, जो तुद सेवै तिन भौ दुख नाहे, गुर प्रसाद नानक गुण गाहे। गुरु दे कृपा दे नाल उस अकाल पुरख परमात्मा दा जदों सेवै सिमरन करांगे, गुण गावांगे, वाहेगुरु 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 दा सिमरन करांगे, कोई बोले राम राम, कोई खुदाए, कोई सेवै गुसैयां, कोई अलाए, पर दिल अंदर साफ होवे, अंदरों दिलों मोहब्बत जिन सही सचिया, जिन मन होर मुख होर से कांडे कच्चिया, अरते इश्क खुदाए रंग दीदार के, विसरिया जिन नाम ते पोए पारथिए। एक बार सारे करो कृपा। गुर वड भागी पाया, ऐसा गुर वड भागी पाया, गुर वड भागी, गुर वड भागी पाया, ऐसा गुर वड भागी पाया। भूले मार्ग जिन्हें बताया, भूले मार्ग जिन्हें बताया,
ऐसा गुर वड भागी पाया, ऐसा गुर वड भागी पाया। गुर वड भागी पाया, ऐसा गुर वड भागी पाया। गुर वड भागी भगत जी बचन करते पई उस अकाल पुरख परमात्मा का सिमरन कर जिहड़ा सारियां ताकतां दा मालिक है। पातशाह जी बचन करते रसना दे नाल नाम जपिया होया, सिमरन कीता होया। वाहिगुरु वाहिगुरु का सिमरन करन दे नाल उस अकाल पुरख परमात्मा वाहिगुरु की बहुत बख्शिश हो जाती है, रहमत हो जाती है। वो सारियां ताकतां दा मालिक है। वो आप अपने सेवकां की फिर इज्जत पत रखदा है। वो अकाल पुरख फिर किसी भी मुश्किल दे विच वो आप सहारा दिंदा है, वो आप मेहरामत करता है, बख्शिश करता है। रसना गुण गोपाल निध गायण, शांत सहज रहस मन उपजियो, सगले दुख पलायण। सारे दुखों का नाश हो जाता केवल वाहिगुरु 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 का सिमरन करन दे नाल, एक दे नाल जुड़न दे नाल। जिवें रसना दे विच वाहिगुरु है ते अंदर भी दिल भी मन भी चित्त भी जिहड़ा वो वाहिगुरु निरंकार दे चरनां दे नाल जुड़िया होना चाहिए है। सो सतगुर महाराज कहंदे ने कि उस अकाल पुरख परमात्मा दे गुण गाउण दे नाल फिर किसी प्रकार दी होर शक्ति की लोड़ नहीं रह जाती। जिहड़ियां संसार दे विच मन्नियां गईयां ने वो अकाल पुरख परमात्मा वाहिगुरु का सिमरन करन दे नाल जो मंगै सोई सोई पावैं, सेव हर के चरण रसायण। परमात्मा वाहिगुरु दे चरण जिहड़े ने वो रसां दा घर है। वो अकाल पुरख परमात्मा दे कोलों जो भी मंगांगे उही प्राप्त होवेगा। जितड़े फल मन बांछिए तितड़े सतगुर पास। फिर इत्थे ही बस नहीं, रसना दे नाल नाम जपिया होया जो भी मंगांगे वो प्राप्त होवेगा। फिर अगे महाराज बचन करदे इत्थे ही बस नहीं, जन्म मरण दोहों ते छूटैं भवजल जगत तरायण। खोजत खोजत तत विचारियो दास गोबिंद परायण। अबनासी खेम चाहें जे नानक सदा सिमर नारायण। जे तू कदे भी नाश होने वाला जिहड़ा सुख चाहना है, मुक्कण वाला सुख कदे ना मुके, वो अबनासी रहत नाश रहत अकाल पुरख परमात्मा वाहिगुरु का सिमरन कर, उस दे गुण गा। सुख सागर सुरतर चिंता मन काम धेन बस जाके रे। जो प्रभु सुख सागर है, सुखां दा समुंदर है, जिस प्रभु दे वस विच सुरग दे 5 रुख चिंता मन अते काम धेन हन। धर्म अर्थ काम मोख 4 पदार्थ। अष्ट महासिद्ध, अष्ट दा भाव 8 महासिद्ध, वो वड्डियां सिद्धियां वड्डियां करामात। 9 निध 9 निधियां 9 खजाने, ये सब उसे दे हत्थां दियां तलियां उत्ते ने। भाव परमात्मा दे कोल है सब कुछ। 9 निधि अमृत प्रभ का नाम, परमात्मा का नाम ही जिहड़ा वो 9 खजाने ने। अकाल पुरख परमात्मा वाहिगुरु नूं ही याद करना है। नाना ख्यान प्राण वेद विद 34 असर माही, व्यास विचार कहियो परमार्थ राम नाम सर नाही। अगे बचन करते ने प्राणा दे अनेक किस्म के प्रसंग, वेदां दियां दसियां होइयां विधियां, ये सब वाक रचना ही हैं। अनुभवी ज्ञान ही है जो प्रभु के चरणों में जुड़िया हिरदे विच पैदा होंदा है। वेदां दे खोजी व्यास ऋषि ने सोच विचार के यही परम तत्त दसिया है कि इन्हां पुस्तकां दे पाठ आदਿਕ परमात्मा के नाम का सिमरन करन दी बराबरी नहीं कर सकते जिन्ना चिर वो सहज अवस्था नहीं आती, आत्मक अडोलता नहीं आती। क्या पढ़िए, क्या गुनीए, क्या वेद पुराना सुनिए, पढ़े सुने क्या होई, जो सहज न मिलियो सोई, हर का नाम न जपस गवारा, क्या सोचें बारंबार। अखीरली पंक्ति के अंदर भगत रविदास जी बचन करते हैं, सहज समाध उपाध रहत होए बड़े भाग लिव लागी, कह रविदास उदास दास मत, जन्म मरण मत भागी। जन्म मरण पै भागी। वड्डी किस्मत नाल जिस मनुख की सुरत प्रभु चरनां विच जुड़ जाती है, उसका मन आत्मक अडोलता विच टिकिया रहिंदा है। कोई विकार उस विच नहीं उठदा।
उस सेवक की मत माया के प्रभाव तो निर्लेप रहिंदी है ते जन्म मरण भाव सारी उम्र उस दे डर नाश हो जाते हैं। जिहड़ा परमात्मा की शरण ले लैंदा है, प्रभ की शरण सगल भै लाथे, दुख बिनसे सुख पाया, दयाल होआ पार ब्रह्म स्वामी, पूरा सतगुर ध्याया। सो सतगुर महाराज किरपा करन। ये भगत रविदास जी का पावन उपदेश बचन विचार करदियां एक नहीं अनेकां ही भुल्लां हो गईयां। संगत अते गुरु बख्शण योग है जी, बख्श देणियां। गज के फतेह बुलाओ। वाहिगुरु जी का खालसा, वाहिगुरु जी की फतेह।